ਇੱਕ ਓਮਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਛੇਵਾਂ ਅਵਤਾਰ ਵੈਰਾਹ। ਅਥ ਬੈਰਾਹ ਅਵਤਾਰ ਕਥਨਨ। ਹੁਣ ਬੈਰਾਹ ਅਵਤਾਰ ਦਾ ਕਥਨ। ਭੁਜੰਗ ਪ੍ਰਯਾਤ ਛੰਦ। ਦਇਓ ਬਾਟ ਮਦਿਅਨ ਅਮਦਿਅਨ ਭਗਵਾਨਨ। ਭਗਵਾਨ ਮੋਹਣੀ ਨੇ ਸ਼ਰਾਬ ਅਤੇ ਅੰਮ੍ਰਿਤ ਵੰਡ ਦਿੱਤੇ। ਗਏ ਠਾਮ ਠਾਮਨ ਸਭੇ ਦੇਵਦਾਨਨ। ਅਤੇ ਦੇਵਤੇ ਅਤੇ ਦੈਂਤ ਆਪਣੇ ਆਪਣੇ ਠਿਕਾਣਿਆਂ ਅਤੇ ਸਥਾਨਾਂ ਨੂੰ ਚਲੇ ਗਏ। ਪੁਨਰ ਦਰੋਹ ਬਡਿਓ ਸੁ ਆਪਨ ਮਝਾਰਨ। ਉਹਨਾਂ ਦੋਹਾਂ ਵਿਚਾਲੇ ਫਿਰ ਕਲੇਸ਼ ਵਧ ਗਿਆ। ਭਜੇ ਦੇਵਤਾ ਦਇਤ ਜਿਤੇ ਜੁਝਾਰਨ। ਦੇਵਤੇ ਭੱਜ ਗਏ ਅਤੇ ਜੁਝਾਰੂ ਦੈਂਤ ਜਿੱਤ ਗਏ। ਹਿਰਣਿਓ ਹਿਰਨਾਛਸਨ ਦੋਏ ਬੀਰਨ। ਹਿਰਣਿਕਸ਼ਪ ਅਤੇ ਹਰਨਾਕਸ਼ ਨਾਂ ਦੇ ਦੋ ਦੈਂਤ ਰਾਖਸ਼ਸ ਵੀਰ ਹੋਏ। ਉਹਨਾਂ ਨੇ ਸਭੇ ਲੋਕ ਕੈ ਜੀਤ ਲੀਨੇ ਗਹੀਰਨ। ਸਾਰਿਆਂ ਲੋਕਾਂ ਦੀ ਧਨ ਦੌਲਤ ਜਿੱਤ ਲਈ। ਜਲਨ ਬਾਦ ਥਲਯਨ ਕੀਓ ਰਾਜ ਸਰਬਨ। ਉਹਨਾਂ ਨੇ ਜਲ ਅਤੇ ਥਲ ਸਭ ਪਾਸੇ ਆਪਣਾ ਰਾਜ ਕਾਇਮ ਕਰ ਲਿਆ। ਭੁਜਾ ਦੇਖ ਭਾਰੀ ਬਡਿਓ ਤਾਹਿ ਗਰਬਨ। ਆਪਣੀ ਭਾਰੀ ਸ਼ਕਤੀਵਰ ਭੁਜਾਵਾਂ ਨੂੰ ਵੇਖ ਕੇ ਉਹਨਾਂ ਦਾ ਅਹੰਕਾਰ ਬਹੁਤ ਵੱਧ ਗਿਆ। ਚਹੇ ਜੁਧ ਮੋਸੋ ਕਰੇ ਆਨ ਕੋਊ। ਦੋਵਾਂ ਚਾਹੁੰਦੇ ਸਨ ਕਿ ਕੋਈ ਸਾਡੇ ਨਾਲ ਆ ਕੇ ਯੁੱਧ ਕਰੇ। ਬਲੀ ਹੋਏ ਵਾਸੋ ਪਿਰੇ ਆਨ ਸੋਊ। ਪਰ ਉਹਨਾਂ ਤੋਂ ਕੋਈ ਅਧਿਕ ਬਲੀ ਹੁੰਦਾ ਤਾਂ ਹੀ ਉਹ ਆ ਕੇ ਲੜਦਾ। ਚੜਿਓ ਮੇਰ ਸ੍ਰਿੰਗ ਪੰਗਨ ਗੁਸਟ ਸੰਗਨ। ਅੰਤ ਵਿੱਚ ਹਰਨਾਕਸ਼ ਸੁਮੇਰ ਪਰਬਤ ਦੀ ਚੋਟੀ ਉੱਤੇ ਚੜ੍ਹ ਕੇ ਉਸਨੇ ਪੈਰ ਦੇ ਅੰਗੂਠੇ ਨਾਲ ਦੱਬ ਦਿੱਤਾ। ਹਰੇ ਬੇਦ ਭੂਮਨ ਕੀਏ ਸਰਬ ਪੰਗਨ। ਅਤੇ ਵੇਦ ਖੋਹ ਲਏ। ਭੂਮੀ ਦੇ ਸਾਰੇ ਯੱਗ ਭੰਗ ਕਰ ਦਿੱਤੇ। ਤਸੀ ਭੂਮ ਬੇਦਨ ਰਹੀ ਹੋਏ ਪਤਾਰਨ। ਪੈਰ ਦੇ ਅੰਗੂਠੇ ਨਾਲ ਦੱਬਣ ਕਰਕੇ ਵੇਦਾਂ ਸਮੇਤ ਧਰਤੀ ਜਲ ਵਿੱਚ ਧਸ ਗਈ ਅਤੇ ਪਾਤਾਲ ਲੋਕ ਵਿੱਚ ਸਥਿਤ ਹੋ ਗਈ। ਤਰਿਓ ਬਿਸਨ ਤਉ ਦਾੜ ਗਾੜਾਵਲ ਤਾਰਨ। ਤਦੋਂ ਵਿਸ਼ਨੂੰ ਨੇ ਕਠੋਰ ਹੁੱਡਾਂ ਵਾਲਾ ਰੂਪ ਧਾਰਨ ਕੀਤਾ। ਪ੍ਰਸਯੋ ਤਸਤਰਿਓ ਨੀਰ ਮਦਨ ਕੀਓ ਊਚ ਨਾਦਨ। ਅਤੇ ਜਲ ਵਿੱਚ ਧਸ ਗਿਆ ਅਤੇ ਉੱਚੀ ਆਵਾਜ਼ ਕੀਤੀ। ਰਹੀ ਤੂਰ ਪੂਰਨ ਤੁਨਨ ਨਿਰਬਖਾਦਨ। ਜੋ ਸਾਰੇ ਜਗਤ ਵਿੱਚ ਅਖੰਡ ਧੁਨੀ ਵਜੋਂ ਪਸਰ ਗਈ ਸੀ। ਬਜੇ ਡਾਕ ਡਉਰੋ ਦਊ ਬੀਰ ਜਾਗੇ। ਵਾਰਾਹ ਦਾ ਡਕ ਡਕ ਕਰਦਾ ਡੋਰੂ ਵਜਿਆ, ਜਿਸ ਦੀ ਧੁਨੀ ਨੂੰ ਸੁਣ ਕੇ ਦੋਵੇਂ ਦੈਂਤ ਸੂਰਮੇ ਜਾਗ ਗਏ। ਸੁਣੇ ਨਾਦ ਬੰਕੇ ਮਹਾਂ ਪੀਰ ਭਾਗੇ। ਉਹਨਾਂ ਦੇ ਭਿਆਨਕ ਨਾਦ ਨੂੰ ਸੁਣ ਕੇ ਵੱਡੇ ਵੱਡੇ ਵੀਰ ਯੋਧੇ ਵੀ ਭੱਜ ਗਏ। ਚਮੀ ਤੇਗ ਤੇਜਨ ਸਰੋਸਨ ਪ੍ਰਹਾਰਨ। ਕ੍ਰੋਧ ਨਾਲ ਚਲਾਇਆ ਜਾ ਰਿਹਾ ਤਿੱਖੀਆਂ ਤਲਵਾਰਾਂ ਇੰਝ ਚਲਦੀਆਂ ਪ੍ਰਤੀਤ ਹੁੰਦੀਆਂ ਸਨ। ਖਿਵੀ ਦਾਮਨੀ ਜਾਣ ਪਾਦੋ ਮਝਾਰਨ।
ਮਾਨੋ ਭਾਦਰੋਂ ਦੇ ਮਹੀਨੇ ਵਿੱਚ ਬਿਜਲੀ ਚਮਕਦੀ ਹੋਵੇ। ਮੁਖਨ ਮੁੱਛ ਬੰਕੀ ਬਕੇ ਸੂਰ ਬੀਰਨ, ਮੂੰਹ ਉੱਤੇ ਕੁੰਡਲੀਆਂ ਮੁੱਛਾਂ ਵਾਲੇ ਸੂਰਵੀਰ ਲਲਕਾਰਦੇ ਮਾਰਦੇ ਸਨ। ਤੜੰਕਾਰ ਤੇਗਨ ਸੜੰਕਾਰ ਤੀਰਨ, ਤਲਵਾਰਾਂ ਤਾੜ ਤਾੜ ਕਰਦੀਆਂ ਸਨ ਅਤੇ ਤੀਰ ਸੜ ਸੜ ਕਰਦੇ ਚਲਦੇ ਸਨ। ਤਮਕਾਰ ਸਾਗਨ ਖੜਕਾਰ ਖਗਨ, ਬਰਛਿਆਂ ਦਾ ਤਮਕਾਰ ਹੁੰਦਾ ਸੀ ਅਤੇ ਖੜਗਾਂ ਦਾ ਖੜਕਾਰ ਹੁੰਦਾ ਸੀ। ਟੁੱਟੇ ਟੂਕ ਟੋਪਨ ਉਠੇ ਨਾਲ ਅਗਨ, ਵੀਰਾਂ ਦੇ ਸਿਰਾਂ ਦੇ ਟੋਪ ਟੋਟੇ ਟੋਟੇ ਹੋ ਰਹੇ ਸਨ ਅਤੇ ਬੰਦੂਕਾਂ ਵਿੱਚੋਂ ਅੱਗ ਨਿਕਲ ਰਹੀ ਸੀ। ਉਠੇ ਨਦ ਨਾਦਨ ਡਮਕਾਰ ਡੋਲਨ, ਡੋਲਾਂ ਵਿੱਚੋਂ ਡਮ ਡਮ ਦਾ ਨਾਦ ਨਿਕਲ ਰਿਹਾ ਸੀ। ਡਲੰਕਾਰ ਡਾਲਨ ਮੁਖਨ ਮਾਰ ਬੋਲਨ, ਟਾਲਾਂ ਵਿੱਚੋਂ ਟਕ ਟਕ ਦੀ ਆਵਾਜ਼ ਹੋ ਰਹੀ ਸੀ ਅਤੇ ਸੂਰਮੇ ਮੂੰਹ ਵਿੱਚੋਂ ਮਾਰੋ ਮਾਰੋ ਬੋਲ ਰਹੇ ਸਨ। ਖਹੇ ਖੱਗ ਖੂਨੀ ਖੁੱਲੇ ਬੀਰ ਖੇਤਨ, ਰਣਭੂਮੀ ਵਿੱਚ ਵੀਰ ਯੋਧਿਆਂ ਦੀਆਂ ਖੂਨ ਨਾਲ ਲੱਥਪੱਥ ਨੰਗੀਆਂ ਤਲਵਾਰਾਂ ਇੱਕ ਦੂਜੇ ਨਾਲ ਖਹਿ ਰਹੀਆਂ ਸਨ। ਨਚੇ ਕੰਧ ਹੀੜਨ ਕਮਦਨ ਨਰੇ ਚੇਤਨ, ਗਰਦਨਾਂ ਤੋਂ ਬਿਨਾਂ ਤੜ ਪ੍ਰਾਣਹੀਣ ਸਥਿਤੀ ਵਿੱਚ ਨੱਚ ਰਹੇ ਸਨ। ਪਰੇ ਜੋਗਣੀ ਪੱਤਰ 64 ਚਾਰੀ, 64 ਜੋਗਣਾ ਲਹੂ ਦੇ ਖੱਪਰ ਭਰ ਕੇ ਫਿਰ ਰਹੀਆਂ ਸਨ। ਨਚੀ ਖੋਲ ਸੀਸਨ ਬਕੀ ਬਿਕਰਾਰੀ, ਸਿਰਾਂ ਦੇ ਵਾਲ ਖੋਲ ਕੇ ਨੱਚ ਰਹੀਆਂ ਸਨ ਅਤੇ ਭਿਆਨ ਸ਼ਬਦ ਬੋਲ ਰਹੀਆਂ ਸਨ। ਹਸੇ ਭੂਤ ਪ੍ਰੇਤਨ ਮਹਾ ਬਿਕਰਾਲਨ, ਬਹੁਤ ਭਿਆਨਕ ਭੂਤ ਅਤੇ ਪ੍ਰੇਤ ਹੱਸ ਰਹੇ ਸਨ। ਬਜੇ ਡਾਕ ਡੋਰੂ ਕਰੂਰਨ ਕਰਾਲਨ, ਕਠੋਰ ਅਤੇ ਭਿਆਨਕ ਡੋਰੂ ਡਕ ਡਕ ਕਰਦੇ ਵੱਜ ਰਹੇ ਸਨ। ਪ੍ਰਹਾਰੰਤ ਮੁਸਟਨ ਕਰੇ ਪਾਵ ਕਾਤਨ, ਹਰਨਾਕਸ਼ ਅਤੇ ਵਰਾਹ ਇੱਕ ਦੂਜੇ ਨੂੰ ਮੁੱਕੇ ਮਾਰਦੇ ਸਨ ਅਤੇ ਪੈਰਾਂ ਨਾਲ ਹੀ ਪ੍ਰਹਾਰ ਕਰਦੇ ਸਨ। ਮਨੋ ਸਿੰਘ ਸਿੰਘਨ ਡਹੇ ਗੱਜ ਮਾਤਨ, ਇੰਜ ਲੱਗਦਾ ਸੀ ਮਾਨੋ ਸ਼ੇਰ ਨਾਲ ਸ਼ੇਰ ਜਾਂ ਮਸਤ ਹਾਥੀ ਨਾਲ ਹਾਥੀ ਭਿੜ ਰਿਹਾ ਹੋਵੇ। ਛੁਟੀ ਈਸ ਤਾੜੀ ਡਗਿਓ ਬ੍ਰਹਮ ਧਿਆਨਨ, ਇਸ ਯੁੱਧ ਦੀ ਭਿਆਨਕਤਾ ਕਾਰਨ ਸ਼ਿਵ ਦੀ ਸਮਾਧੀ ਟੁੱਟ ਗਈ ਅਤੇ ਭਜਿਓ ਚੰਦਰਮਾ ਕਾਂਪ ਪਾਨਨ ਮਧਯਾਨਨ, ਉਸ ਦਾ ਬ੍ਰਹਮ ਵਿੱਚ ਧਿਆਨ ਉਖੜ ਗਿਆ ਅਤੇ ਸੂਰ ਤੇ ਚੰਦਰਮਾ ਦੁਪਹਿਰ ਵੇਲੇ ਹੀ ਡਰਦਿਆਂ ਭੱਜ ਗਏ। ਜਲੇ ਬਾ ਥਲਨ ਤਤ ਨੀਰਨ, ਅਜਿਹਾ ਯੁੱਧ ਮਚਿਆ ਕਿ ਪਾਣੀ ਵਾਲੀ ਥਾਂ ਧਰਤੀ ਅਤੇ ਧਰਤੀ ਵਾਲੀ ਥਾਂ ਪਾਣੀ ਹੋ ਗਿਆ। ਕਿਦੋ ਸੰਧਿਅਨ ਬਾਣ ਰਘੂ ਇੰਦਰ ਪੀਰਨ, ਅਰਥਾਤ ਪਾਣੀ ਵਿੱਚ ਬਹੁਤ ਉਛਾਲ ਆ ਗਿਆ, ਜਿਵੇਂ ਸਮੁੰਦਰ ਨੂੰ ਰਸਤਾ ਦੇਣ ਲਈ ਸੂਰਵੀਰ ਸ਼੍ਰੀ ਰਾਮ ਚੰਦਰ ਨੇ ਬਾਣ ਖਿੱਚਿਆ ਹੈ। ਕਰੇ ਦੈਂਤ ਆਗਾਦ ਮੁਸਤਨ ਪ੍ਰਹਾਰਨ, ਦੈਂਤ ਜੋ ਮੁਕਿਆਂ ਦਾ ਪ੍ਰਹਾਰ ਕਰਦਾ ਸੀ। ਮਨੋ ਚੋਟ ਬਾਹੇ ਕਰਿਆਰੀ ਕਰਿਆਰਨ, ਉਹ ਮਾਨੋ ਕੜਿਆਲੀ ਕੜਿਆਲ ਉੱਤੇ ਸੱਟਾ ਮਾਰਦਾ ਹੋਵੇ। ਬਜੇ ਡੰਗ ਬੰਕੇ ਸੁਕਰੂਰਨ ਕਰਾਰੇ, ਭਿਆਨਕ ਨਗਾਰੇ ਵੱਜਦੇ ਸਨ ਅਤੇ ਕਠੋਰ ਅਤੇ ਕਰੜੇ ਯੋਧੇ ਆਪਸ ਵਿੱਚ ਭਿੜਦੇ ਸਨ। ਮਨੋ ਗੱਜ ਜੁਟੇ ਦੰਤਾਰੇ ਦੰਤਾਰੇ, ਇੰਜ ਪ੍ਰਤੀਤ ਹੁੰਦਾ ਹੈ ਮਾਨੋ ਲੰਬੇ ਦੰਦਾਂ ਵਾਲੇ ਹਾਥੀ ਆਪਸ ਵਿੱਚ ਜੁਟੇ ਹੋਣ। ਡਮਕਾਰ ਡੋਲਨ ਰਣੰਕੇ ਨਫੀਰਨ, ਡੋਲਾਂ ਦੀ ਡਮਕਾਰ ਅਤੇ
ਨਫੀਰਿਆਂ ਦੀ ਗੂੰਜ ਹੋ ਰਹੀ ਹੈ। ਸੜਕਾਰ ਸਾਂਗਨ ਤੜਕਾਰ ਤੀਰਨ, ਸੜ ਸੜ ਕਰਦੇ ਪਰਛੇ ਅਤੇ ਤੜ ਤੜ ਕਰਦੇ ਤੀਰ ਚੱਲਦੇ ਹਨ। ਦੀਨਨ ਅਸਟ ਜੁਦਨ ਪਇਓ ਅਸਟ ਰੈਣਨ, 8 ਦਿਨਾਂ ਅਤੇ 8 ਰਾਤਾਂ ਤੱਕ ਯੁੱਧ ਹੋਇਆ। ਡਗੀ ਡੂਮ ਸਰਬਨ ਉਠਿਓ ਕਾਪ ਗੈਣਨ, ਸਾਰੀ ਭੂਮੀ ਡਾਵਾਂਡੋਲ ਹੋ ਰਹੀ ਅਤੇ ਆਕਾਸ਼ ਵੀ ਕੰਬ ਉੱਠਿਆ। ਰਣ ਰੰਗ ਰਤੇ ਸਭੇ ਰੰਗ ਪੂਨਮਨ, ਰਣਭੂਮੀ ਵਿੱਚ ਮੌਜੂਦ ਸਾਰੇ ਯੁੱਧ ਦੇ ਰੰਗ ਵਿੱਚ ਰੰਗੇ ਹੋਏ ਸਨ। ਹਣਿਓ ਬਿਸਨ ਸੰਤਰਨ ਗਿਰਿਓ ਅੰਤ ਚੂਮਨ, ਵਿਸ਼ਨੂੰ ਨੇ ਵੀ ਅੰਤ ਵਿੱਚ ਵੈਰੀ ਨੂੰ ਮਾਰ ਲਿਆ ਅਤੇ ਉਹ ਪਵਾਟਨੀ ਖਾ ਕੇ ਡਿੱਗ ਪਿਆ। ਤਰੇ ਦਾੜ ਅਗਰਨ ਚਤੁਰਬੇਦ ਤਬਨ, ਤਦੋਂ ਵਰਾਹ ਨੇ ਆਪਣੇ ਹੁੱਡ ਉੱਤੇ ਚੌਹਾਂ ਵੇਦਾਂ ਨੂੰ ਚੁੱਕ ਲਿਆ। ਹਠੀ ਦੁਸ਼ਟ ਜਿਤੇ ਭਜੇ ਦੈਤ ਸਬਨ, ਇੱਕ ਹਠੀ ਦੁਸ਼ਟ ਹਰਨਾਕਸ਼ ਦੇ ਜਿੱਤੇ ਜਾਣ ਨਾਲ ਸਾਰੇ ਦੈਂਤ ਭੱਜ ਗਏ। ਦਈ ਬ੍ਰਹਮ ਆਗਿਆ ਤੁਰਨ ਬੇਦ ਕੀਨ, ਫਿਰ ਬ੍ਰਹਮਾ ਨੂੰ ਆਗਿਆ ਦਿੱਤੀ ਅਤੇ ਉਸਨੇ ਧਨੁਰਵੇਦ ਦਾ ਉਚਾਰਨ ਕੀਤਾ। ਸਭੇ ਸੰਤਨਨ ਤਾਨ ਕੋ ਸੁਖ ਦੀਨ, ਉਸਨੇ ਸਾਰਿਆਂ ਸੰਤਾਂ ਨੂੰ ਸੁਖ ਦਿੱਤਾ। ਤਰਿਓ ਕਸ ਟਮਨ ਬਿਸਨ ਐਸਾਵ ਤਾਰਨ, ਇਸ ਪ੍ਰਕਾਰ ਵਿਸ਼ਨੂੰ ਨੇ 6ਵਾਂ ਅਵਤਾਰ ਧਾਰਨ ਕੀਤਾ। ਸਭੇ ਦੁਸ਼ਟ ਜੀਤੇ ਕਿਓ ਬੇਦ ਉਦਾਰਨ, ਜਿਸ ਨੇ ਸਾਰੇ ਦੁਸ਼ਟਾਂ ਨੂੰ ਜਿੱਤਿਆ ਅਤੇ ਵੇਦਾਂ ਦਾ ਉद्धार ਕੀਤਾ। ਤਟਿਓ ਧਰਮ ਰਾਜਨ ਜਿਤੇ ਦੇਵ ਸਰਬਨ, ਧਰਮ ਦਾ ਰਾਜ ਕਾਇਮ ਕੀਤਾ ਅਤੇ ਸਾਰੇ ਦੇਵਤੇ ਜਿੱਤ ਲਏ। ਉਤਾਰਿਓ ਭਲੀ ਪਾਂਤ ਸੋ ਤਾਹੀਂ ਗਰਬਨ, ਉਸਨੇ ਉਹਨਾਂ ਦੈਂਤਾਂ ਦਾ ਅਹੰਕਾਰ ਚੰਗੀ ਤਰ੍ਹਾਂ ਉਤਾਰਿਆ ਸੀ। ਇਤ ਸ਼੍ਰੀ ਬਚਿੱਤਰ ਨਾਟਕ ਗ੍ਰੰਥੇ ਬੈਰਾਹ ਖਸ਼ਟਮ ਅਵਤਾਰ ਸਮਾਪਤਮ, ਸਤ ਸ਼ੁਭਮ ਸਤ। ਇੱਥੇ ਸ਼੍ਰੀ ਬਚਿੱਤਰ ਨਾਟਕ ਦੇ 6ਵੇਂ ਬੈਰਾਹ ਅਵਤਾਰ ਪ੍ਰਸੰਗ ਦੀ ਸਮਾਪਤੀ। ਸਭ ਸ਼ੁਭ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।